ਪਿਆਰੇ ਬੱਚਿਓ, ਮੇਰਾ ਨਾਮ ਪ੍ਰਦੀਪ ਬੰਸਲ, ਸਮਾਜਿਕ ਸਿੱਖਿਆ ਮਾਸਟਰ। ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਸ਼੍ਰੇਣੀ 7ਵੀਂ ਪਾਠ ਨੰਬਰ 3, ਜੋ ਕਿ ਪਹਿਲਾਂ ਪਾਠ ਨੰਬਰ 4 ਸੀ ਅਤੇ ਹੁਣ ਉਹ ਪਾਠ ਨੰਬਰ 3 ਹੈ, ਕਿਉਂਕਿ ਇੱਕ ਪਾਠ ਜੋ ਪਾਠ ਨੰਬਰ ਪਹਿਲਾਂ 3 ਸੀਗਾ ਉਹ ਸਾਡੇ ਸਿਲੇਬਸ ਦੇ ਵਿੱਚੋਂ ਹੁਣ ਕੱਟਿਆ ਗਿਆ। ਤਾਂ ਅਸੀਂ ਇਸ ਵੀਡੀਓ ਦੇ ਰਾਹੀਂ ਪਾਠ ਨੰਬਰ 3 ਵਾਯੂਮੰਡਲ ਦੀ ਬਣਤਰ, ਮੌਸਮ ਅਤੇ ਜਲਵਾਯੂ ਦੇ ਤੱਤ ਅਤੇ ਤਾਪਮਾਨ ਬਾਰੇ ਕਰਾਂਗੇ। ਐਟਮੋਸਫੇਅਰ ਐਂਡ ਟੈਂਪਰੇਚਰ ਬਾਰੇ ਕਰਾਂਗੇ ਅਤੇ ਅਸੀਂ ਇਸ ਪਾਠ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਹੀ ਮਾਧਿਅਮਾਂ ਵਿੱਚ ਕਰਾਂਗੇ। ਜਿਵੇਂ ਕਿ ਸਭ ਤੋਂ ਪਹਿਲਾਂ 1 ਤੋਂ 15 ਸ਼ਬਦਾਂ ਤੱਕ। ਸਭ ਤੋਂ ਪਹਿਲਾ ਕੁਐਸਚਨ ਹੈ, ਵਾਯੂਮੰਡਲ ਕਿਸ ਨੂੰ ਆਖਦੇ ਹਨ? ਵਟ ਡੂ ਯੂ ਅੰਡਰਸਟੈਂਡ ਬਾਏ ਐਟਮੋਸਫੇਅਰ? ਧਰਤੀ ਦੇ ਆਲੇ ਦੁਆਲੇ ਬਣੇ ਹੋਏ ਹਵਾ ਦੇ ਘੇਰੇ ਜਾਂ ਗਿਲਾਫ ਨੂੰ ਵਾਯੂਮੰਡਲ ਆਖਦੇ ਹਨ। ਜੋ ਧਰਤੀ ਦੇ ਆਲੇ ਦੁਆਲੇ ਹਵਾ ਦਾ ਗਿਲਾਫ ਬਣਿਆ ਹੋਇਆ ਹੈ, ਵੱਖ-ਵੱਖ ਤਰ੍ਹਾਂ ਦੀਆਂ ਹਵਾਵਾਂ ਨੇ, ਗੈਸਾਂ ਨੇ, ਸਾਰੀ ਹਵਾ ਦੇ ਗਿਲਾਫ ਨੂੰ ਅਸੀਂ ਵਾਯੂਮੰਡਲ ਆਖਦੇ ਹਾਂ। ਦ ਇਨਵੈਲਪ ਆਫ ਗੈਸਿਜ਼ ਸਰਾਊਂਡਿੰਗ ਦਾ ਅਰਥ ਇਜ਼ ਕਾਲਡ ਐਟਮੋਸਫੇਅਰ। ਧਰਤੀ ਦੇ ਆਲੇ ਦੁਆਲੇ ਬਣੇ ਹੋਏ ਹਵਾ ਦੇ ਘੇਰੇ ਜਾਂ ਗਿਲਾਫ ਨੂੰ ਵਾਯੂਮੰਡਲ ਆਖਦੇ ਹਨ। ਇਹ ਤੁਹਾਡਾ ਪਹਿਲਾ ਕੁਐਸਚਨ। ਅਗਲਾ ਕੁਐਸਚਨ, ਭੂਗੋਲ ਵਿੱਚ ਅਸੀਂ ਵਾਯੂਮੰਡਲ ਦਾ ਅਧਿਐਨ ਕਿਉਂ ਕਰਦੇ ਹਾਂ? ਵਾਈ ਵੀ ਸਟੱਡੀ ਐਟਮੋਸਫੇਅਰ ਇਨ ਜਿਓਗ੍ਰਾਫੀ। ਕਿਉਂਕਿ ਵਾਯੂਮੰਡਲ ਦੇ ਅੰਸ਼ ਧਰਤੀ ਦੇ ਹਰ ਤਰ੍ਹਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ। ਕਿਉਂਕਿ ਜੋ ਵਾਯੂਮੰਡਲ ਹੈ, ਵਾਯੂ ਭਾਵ ਹਵਾ ਦਾ ਮੰਡਲ ਹੈ, ਇਹ ਧਰਤੀ ਦੇ ਹਰੇਕ ਤਰ੍ਹਾਂ ਦੇ ਜੀਵ ਜੰਤੂ ਨੂੰ ਪ੍ਰਭਾਵਿਤ ਕਰਦਾ ਹੈ। ਬਿਕੋਜ਼ ਦਾ ਐਲੀਮੈਂਟਸ ਆਫ ਦਾ ਐਟਮੋਸਫੇਅਰ ਅਫੈਕਟਸ ਆਲ ਲਾਈਫ ਔਨ ਦਾ ਅਰਥ। ਹਰੇਕ ਚੀਜ਼ ਵਾਯੂਮੰਡਲ ਦੀ ਧਰਤੀ ਦੇ ਹਰੇਕ ਤਰ੍ਹਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਕੋਈ ਵੀ ਧਰਤੀ ਦਾ ਅਜਿਹਾ ਕੋਈ ਵੀ ਤੱਤ ਨਹੀਂ, ਕੋਈ ਵੀ ਜੀਵ ਨਹੀਂ ਜੋ ਵਾਯੂਮੰਡਲ ਤੋਂ ਪ੍ਰਭਾਵਿਤ ਨਾ ਹੋਵੇ। ਇਸ ਲਈ ਅਸੀਂ ਵਾਯੂਮੰਡਲ ਦਾ ਅਧਿਐਨ ਕਰਦੇ ਹਾਂ। ਵਾਯੂਮੰਡਲ ਦੀਆਂ ਤਹਿਾਂ ਦੇ ਨਾਂ ਲਿਖੋ। ਰਾਈਟ ਦਾ ਨੇਮਸ ਆਫ ਦਾ ਲੇਅਰਸ ਆਫ ਐਟਮੋਸਫੇਅਰ। ਸਭ ਤੋਂ ਪਹਿਲੀ ਹੈ ਅਸ਼ਾਂਤੀ ਮੰਡਲ, ਟ੍ਰੋਪੋਸਫੀਅਰ। ਨੰਬਰ 2 'ਤੇ ਸਮਤਾਪ ਮੰਡਲ, ਸਟ੍ਰੈਟੋਸਫੀਅਰ। ਨੰਬਰ 3 ਮੱਧਵਰਤੀ ਮੰਡਲ, ਮੀਜ਼ੋਸਫੀਅਰ। ਨੰਬਰ 4 ਤਾਪ ਮੰਡਲ ਅਤੇ ਥਰਮੋਸਫੀਅਰ। ਇਹ 4 ਤਹਿਾਂ ਵਾਯੂਮੰਡਲ ਦੀਆਂ 4 ਲੇਅਰਸ ਮੁੱਖ ਨੇ। ਬਾਹਰੀ ਮੰਡਲ ਤੋਂ ਕੀ ਭਾਵ ਹੈ? ਵਟ ਡੂ ਯੂ ਅੰਡਰਸਟੈਂਡ ਬਾਏ ਐਕਸੋਸਫੀਅਰ? ਵਾਯੂਮੰਡਲ ਦੀ ਬਾਹਰਲੀ ਪਰਤ ਨੂੰ ਬਾਹਰੀ ਮੰਡਲ ਆਖਦੇ ਹਨ। ਇਸ ਪਰਤ ਵਿੱਚ ਹਾਈਡਰੋਜਨ ਅਤੇ ਹੀਲੀਅਮ ਗੈਸਾਂ, ਜੋ 4 ਪਰਤਾਂ ਹਨ, ਇਸ ਤੋਂ ਜੋ ਉੱਪਰ ਪਰਤ ਹੈ ਉਸ ਨੂੰ ਅਸੀਂ ਬਾਹਰੀ ਮੰਡਲ, ਉਸ ਨੂੰ ਅਸੀਂ ਐਕਸੋਸਫੀਅਰ ਕਹਿੰਦੇ ਹਾਂ। ਦ ਆਊਟਰ ਲੇਅਰ ਆਫ ਦਾ ਐਟਮੋਸਫੇਅਰ ਇਜ਼ ਕਾਲਡ ਦਾ ਐਕਸੋਸਫੀਅਰ। ਦਿਸ ਲੇਅਰ ਕੰਟੇਨਸ ਹਾਈਡਰੋਜਨ ਐਂਡ ਹੀਲੀਅਮ ਗੈਸਿਸ। ਇਸ ਲੇਅਰ ਦੇ ਵਿੱਚ ਹਾਈਡਰੋਜਨ ਅਤੇ ਹੀਲੀਅਮ ਗੈਸਾਂ ਹੁੰਦੀਆਂ ਹਨ। ਇਸ ਤੋਂ ਅਗਲਾ ਕੁਐਸਚਨ, ਜੇਕਰ ਅਸੀਂ ਇਸ ਚਿੱਤਰ ਦੇ ਵਿੱਚ, ਇਸ ਡਾਇਗਰਾਮ ਦੇ ਵਿੱਚ ਦੇਖੀਏ, ਜੋ ਤੁਸੀਂ ਆਪਣੀ ਕਾਪੀ ਦੇ ਵਿੱਚ ਬਣਾਉਣੀ ਹੈ, ਤਾਂ ਜੋ ਤੁਹਾਨੂੰ ਸਭ ਤੋਂ ਪਹਿਲਾਂ ਜੋ ਵਾਯੂਮੰਡਲ ਹੈ ਉਸ ਬਾਰੇ ਪਤਾ ਲੱਗ ਸਕੇ। ਜਿਵੇਂ ਇਹ ਧਰਤੀ, ਤਾਂ ਧਰਤੀ ਤੋਂ ਸਭ ਤੋਂ ਪਹਿਲਾਂ ਧਰਤੀ ਤੋਂ ਜੋ ਸਭ ਤੋਂ ਪਹਿਲੀ ਹੈ ਅਸ਼ਾਂਤੀ ਮੰਡਲ, ਟ੍ਰੋਪੋਸਫੀਅਰ। ਫਿਰ ਸਮਤਾਪ ਮੰਡਲ, ਸਟ੍ਰੈਟੋਸਫੀਅਰ। ਅਤੇ ਸਾਡੀ ਜੋ ਸਮਤਾਪ ਮੰਡਲ ਹੈ ਉਸ ਦੇ ਵਿੱਚ ਓਜ਼ੋਨ ਪਰਤ ਵੀ ਪਾਈ ਜਾਂਦੀ ਹੈ। ਜੋ ਸਾਡੀ ਸਮਤਾਪ ਮੰਡਲ ਹੈ ਉਸ ਦੇ ਵਿੱਚ ਓਜ਼ੋਨ ਪਰਤ ਪਾਈ ਜਾਂਦੀ ਹੈ। ਜੇਕਰ ਤੁਹਾਨੂੰ ਕੁਐਸਚਨ ਆ ਜੇ ਕਿ ਜੋ ਓਜ਼ੋਨ ਦੀ ਪਰਤ ਹੈ, ਜੋ ਓਜ਼ੋਨ ਸਾਨੂੰ ਪਰਾਬੈਂਗਨੀ, ਜੋ ਸੂਰਜ ਤੋਂ ਹਾਨੀਕਾਰਕ ਪਰਾਬੈਂਗਨੀ ਕਿਰਨਾਂ ਆਉਂਦੀਆਂ ਹਨ, ਉਸ ਤੋਂ ਸਾਨੂੰ ਕੌਣ ਬਚਾਉਂਦਾ ਹੈ? ਉਸ ਤੋਂ ਸਾਨੂੰ ਓਜ਼ੋਨ ਪਰਤ ਬਚਾਉਂਦੀ ਹੈ, ਜੋ ਕਿ ਸਮਤਾਪ। ਦੂਜੇ ਨੰਬਰ ਦੀ ਜੋ ਪਰਤ ਹੈ ਸਟ੍ਰੈਟੋਸਫੀਅਰ, ਉਸ ਵਿੱਚ ਪਾਈ ਜਾਂਦੀ ਹੈ। ਸਭ ਤੋਂ ਪਹਿਲੀ ਸਾਡੀ ਹੈ ਟ੍ਰੋਪੋਸਫੀਅਰ, ਅਸ਼ਾਂਤੀ ਮੰਡਲ, ਜਿਸ ਨੂੰ ਅਸੀਂ ਪੰਜਾਬੀ 'ਚ ਅਸ਼ਾਂਤੀ ਮੰਡਲ ਕਹਿੰਦੇ ਹਾਂ, ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਅਸ਼ਾਂਤੀ ਮੰਡਲ ਕਹਿੰਦੇ ਹਾਂ। ਅਸ਼ਾਂਤੀ ਮੰਡਲ ਭਾਵ ਇੱਥੇ ਸ਼ਾਂਤੀ ਨਹੀਂ ਹੈ, ਇੱਥੇ ਬੱਦਲ, ਜੋ ਸਾਡੇ ਬੱਦਲ ਵਗੈਰਾ ਹਨ, ਸਾਰੇ ਅਸ਼ਾਂਤੀ ਮੰਡਲ ਦੇ ਵਿੱਚ ਪਾਏ ਜਾਂਦੇ ਹਨ, ਜੋ ਕਿ ਸਾਡੇ ਵਾਯੂਮੰਡਲ ਦੀ ਪਹਿਲੀ ਪਰਤ ਹੈ। ਤਾਂ ਵਾਯੂਮੰਡਲ ਦੀ ਸਭ ਤੋਂ ਹੇਠਲੀ ਪਰਤ ਨੂੰ ਅਸ਼ਾਂਤੀ ਮੰਡਲ ਆਖਦੇ ਹਨ। ਧਰਤੀ ਦੇ ਦੁਆਲੇ ਇਸ ਦਾ ਆਕਾਰ, ਜੋ ਸਾਡੀ ਅਸ਼ਾਂਤੀ ਮੰਡਲ ਹੈ, ਇਸ ਦਾ ਜੋ ਆਕਾਰ ਹੈ ਉਹ ਧਰਤੀ ਦੇ ਦੁਆਲੇ ਆਂਡੇ ਵਰਗਾ ਹੁੰਦਾ ਹੈ।
ਜੋ ਇਸ ਦੀ ਐਵਰੇਜ ਉਚਾਈ ਹੈ, ਕਿਉਂਕਿ ਧਰੁਵਾਂ 'ਤੇ ਇਸ ਦੀ ਉਚਾਈ ਘੱਟ ਹੋਵੇਗੀ ਅਤੇ ਭੂ-ਮੱਧ ਰੇਖਾ 'ਤੇ ਇਸ ਦੀ ਉਚਾਈ ਵੱਧ ਹੋਵੇਗੀ। ਜੇਕਰ ਅਸੀਂ ਇਸ ਡਾਇਗਰਾਮ ਦੇ ਵਿੱਚ ਦੇਖੀਏ ਤਾਂ ਭੂ-ਮੱਧ ਰੇਖਾ ਧਰਤੀ ਨੂੰ ਦੋ ਭਾਗਾਂ ਵਿੱਚ ਵੰਡਦੀ ਹੈ, ਤਾਂ ਭੂ-ਮੱਧ ਰੇਖਾ 'ਤੇ ਇਸ ਦੀ ਉਚਾਈ ਜ਼ਿਆਦਾ ਹੋਵੇਗੀ, ਧਰੁਵਾਂ 'ਤੇ ਇਸ ਦੀ ਉਚਾਈ ਘੱਟ ਹੋਵੇਗੀ। ਜੋ ਇਸ ਦੀ ਔਸਤ ਉਚਾਈ ਹੈ ਉਹ 12 ਕਿਲੋਮੀਟਰ ਮੰਨੀ ਗਈ ਹੈ। ਭੂ-ਮੱਧ ਰੇਖਾ ਉੱਤੇ ਇਸ ਦੀ ਸਭ ਤੋਂ ਜ਼ਿਆਦਾ ਉਚਾਈ ਹੁੰਦੀ ਹੈ। ਭੂ-ਮੱਧ ਰੇਖਾ 'ਤੇ 16 ਤੋਂ 18 ਕਿਲੋਮੀਟਰ ਹੋਊਗੀ, 16 ਤੋਂ 18 ਕਿਲੋਮੀਟਰ। ਅਤੇ ਧਰੁਵ, ਕਿਉਂਕਿ ਧਰੁਵ ਉੱਪਰ ਚਲੇ ਗਏ ਤਾਂ ਧਰੁਵਾਂ 'ਤੇ ਇਸ ਦੀ ਜੋ ਉਚਾਈ ਹੈ ਉਹ 6 ਤੋਂ ਲੈ ਕੇ 8 ਕਿਲੋਮੀਟਰ ਤੱਕ ਹੋਵੇਗੀ। ਅਸ਼ਾਂਤੀ ਮੰਡਲ ਟ੍ਰੋਪੋਸਫੀਅਰ ਭਾਵ ਧਰੁਵਾਂ 'ਤੇ ਇਸ ਦੀ ਉਚਾਈ ਘੱਟ ਹੈ, 6 ਤੋਂ ਲੈ ਕੇ 8 ਕਿਲੋਮੀਟਰ ਤੱਕ, ਅਤੇ ਭੂ-ਮੱਧ ਰੇਖਾ 'ਤੇ ਇਸ ਦੀ ਉਚਾਈ ਜ਼ਿਆਦਾ ਹੈ, 16 ਤੋਂ ਲੈ ਕੇ 18 ਕਿਲੋਮੀਟਰ ਤੱਕ। ਜੇਕਰ ਅਸੀਂ ਐਵਰੇਜ ਕੱਢੀਏ ਤਾਂ ਇਸ ਦੀ ਉਚਾਈ 12 ਕਿਲੋਮੀਟਰ ਹੈ। ਜੋ ਸਾਡਾ ਅਸ਼ਾਂਤੀ ਮੰਡਲ ਹੈ ਇਸ ਦੇ ਵਿੱਚ ਮੀਂਹ, ਹਨੇਰੀ, ਬੱਦਲ, ਤੂਫਾਨ ਸਭ ਕੁਝ ਇਸ ਦੇ ਵਿੱਚ ਹੀ ਹੁੰਦਾ ਹੈ। ਅਤੇ ਅਸ਼ਾਂਤੀ ਮੰਡਲ ਦੇ ਨਾਲ ਅਸੀਂ ਜਿਉਂ-ਜਿਉਂ ਉੱਪਰ ਵੱਲ ਨੂੰ ਜਾਂਦੇ ਹਾਂ, ਜਿਉਂ-ਜਿਉਂ ਅਸੀਂ ਉੱਪਰ ਵੱਲ ਨੂੰ ਜਾਂਦੇ ਹਾਂ ਤਾਂ ਤਾਪਮਾਨ ਵਿੱਚ ਲਗਾਤਾਰ ਤਾਪਮਾਨ ਘਟਦਾ ਹੈ, ਜੋ ਕਿ 5 ਡਿਗਰੀ ਤੋਂ ਲੈ ਕੇ 6 ਡਿਗਰੀ ਸੈਲਸੀਅਸ ਤੱਕ ਘਟਦਾ ਹੈ, ਪ੍ਰਤੀ ਕਿਲੋਮੀਟਰ ਦੀ ਦਰ ਨਾਲ ਘਟਦਾ ਹੈ। ਸਾਰੇ ਵਾਯੂਮੰਡਲ ਦੀ ਜੋ ਹਵਾ ਹੈ, ਸਾਰੇ ਵਾਯੂਮੰਡਲ ਦੀ ਜੋ 75% ਹਵਾ ਹੈ ਉਹ ਸਾਡੀ ਅਸ਼ਾਂਤੀ ਮੰਡਲ ਦੇ ਵਿੱਚ ਪਾਈ ਹੈ। ਇਹ ਸਾਰਾ ਕੁਝ ਅਸੀਂ ਪਹਿਲਾਂ ਪੜ੍ਹਿਆ ਹੈ, ਇਹ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਵਾਸਤੇ ਦੱਸਿਆ ਹੈ, ਤਾਂ ਜੋ ਅਸੀਂ ਜੋ ਪਹਿਲਾਂ ਪਾਠ ਦੇ ਵਿੱਚ ਪੜ੍ਹਿਆ ਹੈ ਤੁਹਾਡਾ ਉਸ ਦਾ ਵੀ ਪੂਰਾ ਜੋ ਅਸੀਂ ਪਹਿਲਾਂ ਪੜ੍ਹਿਆ ਸਾਨੂੰ ਉਸ ਬਾਰੇ ਪਤਾ ਲੱਗ ਸਕੇ। ਇਸੇ ਤਰ੍ਹਾਂ ਜੋ ਦੂਜੇ ਨੰਬਰ ਦੀ ਸਾਡੀ ਪਰਤ ਹੈ ਉਹ ਹੈ ਸਮਤਾਪ ਮੰਡਲ। ਸਮਤਾਪ, ਇੱਥੇ ਜੋ ਤਾਪਮਾਨ ਹੈ ਉਹ ਸਮ ਰਹਿੰਦਾ ਹੈ, ਬਰਾਬਰ ਰਹਿੰਦਾ ਹੈ। ਅਤੇ ਜੋ ਸਮਤਾਪ ਮੰਡਲ ਹੈ ਦੂਜੇ ਨੰਬਰ ਦੀ ਇਹ ਪਰਤ ਹੈ, ਅਤੇ ਇਸ ਪਰਤ ਦੀ ਉਚਾਈ ਮੌਸਮ ਅਤੇ ਜਲਵਾਯੂ ਅਨੁਸਾਰ ਬਦਲਦੀ ਰਹਿੰਦੀ ਹੈ। ਜੋ ਸਾਡਾ ਸਮਤਾਪ ਮੰਡਲ ਹੈ ਇਸ ਦੀ ਉਚਾਈ ਹੈ ਉਹ ਮੌਸਮ ਅਤੇ ਜਲਵਾਯੂ ਦੇ ਅਨੁਸਾਰ ਬਦਲਦੀ ਰਹਿੰਦੀ ਹੈ। ਗਰਮੀਆਂ ਦੀ ਰੁੱਤ ਵਿੱਚ ਸਰਦੀਆਂ ਦੀ ਰੁੱਤ ਨਾਲੋਂ ਇਹ ਪਰਤ ਵਧੇਰੇ ਉਚਾਈ ਤੋਂ ਸ਼ੁਰੂ ਹੁੰਦੀ ਹੈ। ਗਰਮੀਆਂ ਵਿੱਚ ਜੋ ਇਹ ਪਰਤ ਹੈ ਇਸ ਦੀ ਜੋ ਉਚਾਈ ਹੈ ਉਹ ਜ਼ਿਆਦਾ ਉੱਚੀ ਹੁੰਦੀ ਹੈ, ਅਤੇ ਸਰਦੀਆਂ ਦੇ ਵਿੱਚ ਘੱਟ ਹੁੰਦੀ ਹੈ। ਸਰਦੀਆਂ ਦੇ ਵਿੱਚ ਕਿਉਂਕਿ ਧੁੰਦ ਵਗੈਰਾ ਸੰਘਣੀ ਧੁੱਪ ਘੱਟ ਨਿਕਲਦੀ ਹੈ ਤਾਂ ਕਰਕੇ ਇਸ ਦੀ ਉਚਾਈ ਘੱਟ ਹੁੰਦੀ ਹੈ। ਭੂ-ਮੱਧ ਰੇਖਾ 'ਤੇ ਇਸ ਦੀ ਉਚਾਈ, ਜੇਕਰ ਅਸੀਂ ਗੱਲ ਕਰੀਏ ਭੂ-ਮੱਧ ਰੇਖਾ 'ਤੇ ਇਸ ਦੀ ਉਚਾਈ 15 ਕਿਲੋਮੀਟਰ ਹੈ ਲਗਭਗ, ਅਤੇ ਉਸ ਤੋਂ ਅੱਗੇ ਉੱਪਰ ਜਾ ਕੇ ਇਸ ਦੀ ਉਚਾਈ ਘਟਦੀ ਜਾਂਦੀ ਹੈ। ਤੁਹਾਨੂੰ ਦੱਸਿਆ ਭੂ-ਮੱਧ ਰੇਖਾ 'ਤੇ ਉਚਾਈ ਸਭ ਤੋਂ ਜ਼ਿਆਦਾ ਹੁੰਦੀ ਹੈ ਅਤੇ ਧਰੁਵਾਂ 'ਤੇ ਉਚਾਈ ਘੱਟ ਹੁੰਦੀ ਹੈ। ਜੋ ਸਾਡੀ ਸਮਤਾਪ ਮੰਡਲ ਹੈ ਇਸ ਦੀ ਭੂ-ਮੱਧ ਰੇਖਾ 'ਤੇ ਜੋ ਉਚਾਈ ਹੈ ਉਹ 15 ਕਿਲੋਮੀਟਰ ਹੈ ਅਤੇ ਉਸ ਤੋਂ ਉੱਪਰ ਜਾ ਕੇ 60 ਕਿਲੋਮੀਟਰ ਰਹਿ ਜਾਂਦੀ ਹੈ। ਅਤੇ ਜੋ ਇਸ ਦੀ ਵਿਸ਼ੇਸ਼ਤਾ ਹੈ ਇਸ ਦੇ ਵਿੱਚ ਜੋ ਆਕਾਸ਼ ਹੈ ਉਹ ਬਿਲਕੁਲ ਸਾਫ਼ ਰਹਿੰਦਾ ਹੈ। ਕਿਉਂ ਰਹਿੰਦਾ ਹੈ? ਕਿਉਂਕਿ ਜਿਹੜੀ ਹਵਾ ਦੀ ਘਣਤਾ ਬਹੁਤ ਘੱਟ ਹੈ, ਅਤੇ ਤਾਪਮਾਨ ਅਤੇ ਬੱਦਲ ਇੱਥੇ ਬਿਲਕੁਲ ਹੀ ਨਹੀਂ, ਤਾਂ ਇਸ ਕਰਕੇ ਇੱਥੇ ਹਵਾ ਦੀ ਘਣਤਾ ਬਹੁਤ ਘੱਟ ਹੈ, ਬੱਦਲਾਂ ਦੀ ਮੌਜੂਦਗੀ ਨਹੀਂ, ਤਾਂ ਕਰਕੇ ਜੋ ਸਮਤਾਪ ਮੰਡਲ ਹੈ ਇਹ 50 ਤੋਂ ਲੈ ਕੇ 55 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਅਤੇ ਵਾਯੂਮੰਡਲ ਦਾ ਜੋ ਇਹ ਭਾਗ ਹੈ ਇਹ ਜਹਾਜ਼ਾਂ ਦੀ ਉਡਾਨ ਵਾਸਤੇ ਲਾਹੇਵੰਦ ਹੈ। ਜੇਕਰ ਤੁਹਾਨੂੰ ਕੁਐਸਚਨ ਆ ਜੇ ਕਿ ਜਹਾਜ਼ ਵਾਯੂਮੰਡਲ ਦੀ ਕਿਹੜੀ ਪਰਤ ਵਿੱਚ ਉਡਾਏ ਜਾਂਦੇ ਹਨ ਤਾਂ ਉਹ ਹੈ ਸਮਤਾਪ ਮੰਡਲ। ਅਤੇ ਓਜ਼ੋਨ ਲੇਅਰ ਜੋ ਕਿ ਸਾਨੂੰ ਹਾਨੀਕਾਰਕ ਪਰਾਬੈਂਗਨੀ ਕਿਰਨਾਂ ਤੋਂ ਬਚਾਉਂਦੀ ਹੈ, ਉਹ ਵੀ ਇਸੇ ਹੀ ਸਮਤਾਪ ਮੰਡਲ ਦੇ ਵਿੱਚ ਹੀ ਪਾਈ ਜਾਂਦੀ ਹੈ। ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਅਤੇ ਜਾਂ ਤੁਹਾਨੂੰ ਇੱਕ ਨੰਬਰ ਦੇ ਕੁਐਸਚਨ ਆਉਣ ਦਾ ਤੁਸੀਂ ਇੱਥੋਂ ਕਰ ਸਕਦੇ ਹੋ। ਜੋ ਸਾਡਾ ਪਹਿਲਾ ਹੈ ਅਸ਼ਾਂਤੀ ਮੰਡਲ, ਇਸ ਵਿੱਚ ਹਨੇਰੀਆਂ ਵਗੈਰਾ ਪਾਏ ਜਾਂਦੇ ਹਨ, ਅਤੇ ਜੋ ਸਮਤਾਪ ਮੰਡਲ ਹੈ ਬਿਲਕੁਲ ਸਮਤਾਪ, ਇੱਥੇ ਨਾ ਤਾਪਮਾਨ ਵੱਧਦਾ ਹੈ ਨਾ ਜ਼ਿਆਦਾ ਘਟਦਾ ਹੈ, ਅਤੇ ਇਸ ਵਿੱਚ ਓਜ਼ੋਨ ਪਰਤ ਪਾਈ ਜਾਂਦੀ ਹੈ, ਬੱਦਲਾਂ ਦੀ ਅਣਹੋਂਦ ਪਾਈ ਜਾਂਦੀ ਹੈ, ਅਤੇ ਇੱਥੇ ਜਹਾਜ਼ ਉੱਡਦੇ ਹਨ। ਜੋ ਇਹ ਜਹਾਜ਼ ਹਨ ਉਹ ਸਾਡੀ ਸਮਤਾਪ ਮੰਡਲ ਦੇ ਵਿੱਚ ਹੁੰਦੇ ਹਨ। ਇਸ ਮੰਡਲ ਦੀ ਉੱਪਰਲੀ ਸੀਮਾ ਨੂੰ ਸਮਤਾਪ ਸੀਮਾ ਆਖਦੇ ਹਨ। ਇਹ ਆਮ ਕਰਕੇ ਵਾਯੂਮੰਡਲ ਵਿੱਚ 50 ਕਿਲੋਮੀਟਰ ਉਚਾਈ 'ਤੇ ਹੁੰਦੀ ਹੈ। ਜੋ ਇਸ ਦੀ ਉੱਪਰਲੀ ਪਰਤ ਹੈ ਉਸ ਨੂੰ ਅਸੀਂ ਸਮਤਾਪ ਮੰਡਲ ਆਖਦੇ ਹਾਂ, ਸਮਤਾਪ ਸੀਮਾ ਆਖਦੇ ਹਾਂ। ਇਸੇ ਸਾਡਾ ਸਮਤਾਪ ਮੰਡਲ ਬਾਰੇ, ਇਸ ਦੇ ਵਿੱਚ ਸਾਡੀ ਜੋ ਓਜ਼ੋਨ ਦੀ ਪਰਤ ਹੈ ਉਹ ਪਾਈ ਜਾਂਦੀ ਹੈ। ਇਸ ਤੋਂ ਅੱਗੇ ਸਾਡਾ ਆ ਜਾਂਦਾ ਗਾ ਮੱਧ ਮੰਡਲ ਮੀਜ਼ੋਸਫੀਅਰ।
इसकी जो ऊंचाई है वो 50 ਤੋਂ ਲੈ ਕੇ 80 ਕਿਲੋਮੀਟਰ ਤੱਕ ਫੈਲੀ ਹੋਈ ਹੈ। ਇਸ ਪਰਤ ਵਿੱਚ ਉਚਾਈ ਨਾਲ ਤਾਪਮਾਨ ਘਟਦਾ ਹੈ। ਵਾਯੂਮੰਡਲ ਦੇ 80 ਕਿਲੋਮੀਟਰ ਤੇ -90 ਡਿਗਰੀ ਸੈਲਸੀਅਸ ਹੋ ਜਾਂਦਾ ਹੈ, ਪਰ ਉੱਪਰ ਜਾ ਕੇ ਇਸ ਦਾ ਤਾਪਮਾਨ ਬਹੁਤ ਘਟ ਜਾਂਦਾ। ਮੱਧਵਰਤੀ ਮੰਡਲ ਦੀ ਉੱਪਰਲੀ ਸੀਮਾ ਨੂੰ ਮੱਧਵਰਤੀ ਸੀਮਾ ਅਤੇ ਉਸ ਤੋਂ ਉੱਪਰ ਜਾ ਕੇ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ। ਲਾਸਟ ਸਾਡੀ ਹੈ ਥਰਮੋਸਫੀਅਰ, ਜਾਂ ਉਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਤਾਪਮੰਡਲ। ਤਾਪਮੰਡਲ ਮੱਧਵਰਤੀ ਸੀਮਾ ਤੋਂ ਉੱਪਰ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ, ਇਸ ਕਰਕੇ ਇਸ ਪਰਤ ਨੂੰ ਤਾਪਮੰਡਲ ਕਿਉਂ, ਇਸ ਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਅਤੇ ਇਸ ਮੰਡਲ ਵਿੱਚ ਗੈਸਾਂ ਦੀ ਮਾਤਰਾ, ਜੋ ਤਾਪਮਾਨ ਜ਼ਿਆਦਾ ਤਾਪਮਾਨ ਹੋਊ ਤਾਂ 에ਅਰ ਪ੍ਰੈਸ਼ਰ ਘੱਟ ਹੋਊ ਤਾਂ ਗੈਸਾਂ ਦੀ ਮਾਤਰਾ ਘੱਟ ਹੀ ਹੋਊ। ਤਾਪਮੰਡਲ ਵਿਚਲੀ ਸਭ ਤੋਂ ਹੇਠਲੀ ਪਰਤ ਨੂੰ ਆਇਨ ਮੰਡਲ ਆਖਦੇ ਹਨ। ਜੋ ਤਾਪਮੰਡਲ ਦੀ ਹੇਠਲੀ ਪਰਤ ਹੈ ਉਸ ਨੂੰ ਆਇਨ ਮੰਡਲ ਆਖਦੇ ਹਨ, ਜੋ ਕਿ ਵਾਯੂਮੰਡਲ ਦੇ 100 ਕਿਲੋਮੀਟਰ ਤੋਂ ਲੈ ਕੇ 300 ਕਿਲੋਮੀਟਰ ਤੱਕ ਦੀ ਉਚਾਈ ਹੈ। ਇਸ ਮੰਡਲ ਵਿੱਚ ਬਹੁਤ ਬਿਜਲੀ ਅਣੂ ਪਾਏ ਜਾਂਦੇ ਹਨ, ਜਿਹੜੇ ਰੇਡੀਓ ਤਰੰਗਾਂ ਨੂੰ ਧਰਤੀ 'ਤੇ ਵਾਪਸ ਮੁੜਨ ਵਿੱਚ ਸਹਾਇਤਾ ਕਰਦੇ ਹਨ। ਇਹਨਾਂ ਦੇ ਆਧਾਰ 'ਤੇ ਵਾਇਰਲੈਸ ਸੰਚਾਰ ਪ੍ਰਣਾਲੀ ਕੰਮ ਕਰਦੀ ਹੈ। ਜੇਕਰ ਤੁਹਾਨੂੰ ਕੁਐਸਚਨ ਆ ਜੇ ਕਿ ਜੋ ਵਾਇਰਲੈਸ ਸੰਚਾਰ ਪ੍ਰਣਾਲੀ ਹੈ ਉਹ ਵਾਯੂਮੰਡਲ ਦੀ ਕਿਹੜੀ ਪਰਤ ਵਿੱਚ ਹੁੰਦੀ ਹੈ, ਚੌਥੀ ਪਰਤ ਤਾਪਮੰਡਲ ਦੇ ਆਇਨ ਮੰਡਲ ਵਿੱਚ। ਤਾਪਮੰਡਲ ਦਾ ਜੋ ਭਾਗ ਹੈ 100 ਤੋਂ ਲੈ ਕੇ 300 ਕਿਲੋਮੀਟਰ ਤੱਕ ਆਇਨ ਮੰਡਲ, ਉਸ ਦੇ ਵਿੱਚ ਇਹ ਪਾਈ ਜਾਂਦੀ ਹੈ। ਅਤੇ ਵਾਯੂਮੰਡਲ ਦੀ ਬਾਹਰਲੀ ਪਰਤ ਨੂੰ ਅਸੀਂ ਕੀ ਕਹਿੰਦੇ ਹਾਂ, ਬਾਹਰੀ ਮੰਡਲ ਜਾਂ ਐਕਸੋਸਫੀਅਰ। ਇਸ ਬਾਰੇ ਕੋਈ ਯਕੀਨੀ ਪ੍ਰਮਾਣ ਨਹੀਂ ਲਗਾਇਆ ਜਾ ਸਕਦਾ। ਇਹ ਤੁਹਾਨੂੰ ਮੈਂ ਤੁਹਾਡੀ ਵੱਧ ਜਾਣਕਾਰੀ ਵਾਸਤੇ ਦੱਸਿਆ ਹੈ ਕਿ ਸਭ ਤੋਂ ਪਹਿਲੀ ਪਰਤ ਹੈ ਅਸ਼ਾਂਤੀ ਮੰਡਲ। ਉਸ ਦੀ ਉਚਾਈ ਹੈ ਧਰੁਵਾਂ 'ਤੇ ਘੱਟ ਅਤੇ ਭੂਮੱਧ ਰੇਖਾ 'ਤੇ ਜ਼ਿਆਦਾ। ਔਸਤ ਉਚਾਈ 12 ਕਿਲੋਮੀਟਰ ਹੈ ਅਤੇ ਇਸ ਵਿੱਚ ਜੋ ਹਨੇਰੀ, ਮੀਂਹ, ਬੱਦਲ ਸਾਰੇ ਆਉਂਦੇ ਹਨ। ਅਤੇ ਇਸ ਵਿੱਚ ਉੱਪਰ ਜਾਣ ਨਾਲ ਤਾਪਮਾਨ ਘਟਦਾ ਹੈ ਅਤੇ ਵਾਯੂਮੰਡਲ ਦੀ ਲਗਭਗ 75% ਹਵਾ ਸਾਡੇ ਅਸ਼ਾਂਤੀ ਮੰਡਲ ਦੇ ਵਿੱਚ ਪਾਈ ਜਾਂਦੀ ਹੈ। ਅਤੇ ਜੋ ਸਮਤਾਪ ਮੰਡਲ ਹੈ ਉਹਦੇ ਵਿੱਚ ਪਰਾਬੈਂਗਨੀ ਕਿਰਨਾਂ, ਜਹਾਜ਼ ਉੱਡਦੇ ਹਨ, ਕਿਉਂਕਿ ਹਵਾ ਦੀ ਗੈਰ ਮੌਜੂਦਗੀ ਹੈ ਅਤੇ ਜੋ ਤਾਪਮਾਨ ਹੈ ਉਹ ਸਥਿਰ ਰਹਿੰਦਾ ਹੈ ਅਤੇ ਬੱਦਲਾਂ ਦੀ ਵੀ ਅਣਹੋਂਦ ਹੈ ਅਤੇ ਜਹਾਜ਼ ਵੀ ਇੱਥੇ ਹੀ ਉੱਡਦੇ ਹਨ। ਜੇ ਇਹ ਸਮਤਾਪ ਮੰਡਲ ਲਗਭਗ 55 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਸਮਤਾਪ ਮੰਡਲ 50 ਤੋਂ 55 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਮੱਧਵਰਤੀ ਮੱਧ ਵਿੱਚ ਪਾਇਆ ਜਾਂਦਾ, 50 ਤੋਂ ਲੈ ਕੇ 80 ਕਿਲੋਮੀਟਰ ਤੱਕ ਹੈ ਅਤੇ ਇਸ ਵਿੱਚ ਲਗਾਤਾਰ ਤਾਪਮਾਨ ਉੱਪਰ ਜਾਣ 'ਤੇ ਤਾਪਮਾਨ ਘਟਦਾ ਹੈ। ਲਗਾਤਾਰ ਉੱਪਰ ਜਾਣ 'ਤੇ ਤਾਪਮਾਨ ਘਟਦਾ ਹੈ। 80 ਕਿਲੋਮੀਟਰ 'ਤੇ ਜਾ ਕੇ ਤਾਪਮਾਨ -90 ਡਿਗਰੀ ਸੈਲਸੀਅਸ ਹੋ ਜਾਂਦਾ ਹੈ ਅਤੇ ਉਸ ਤੋਂ ਅੱਗੇ ਤਾਪਮੰਡਲ, ਇਸ ਵਿੱਚ ਉੱਪਰ ਜਾਣ 'ਤੇ ਤਾਪਮਾਨ ਵਧਣਾ ਸ਼ੁਰੂ ਹੁੰਦਾ ਹੈ। ਦੇਖੋ, ਅਸ਼ਾਂਤੀ ਮੰਡਲ ਵਿੱਚ ਤਾਪਮਾਨ ਘਟਦਾ ਹੈ, ਸਮਤਾਪ ਦੇ ਬਰਾਬਰ ਰਹਿੰਦਾ। ਮੱਧਵਰਤੀ ਵਿੱਚ ਜ਼ਿਆਦਾ ਫਰਕ ਨਹੀਂ ਪੈਂਦਾ। ਮੱਧਵਰਤੀ ਵਿੱਚ ਤਾਪਮਾਨ ਹੈ ਉਹ ਲਗਾਤਾਰ ਘਟਦਾ ਹੈ ਅਤੇ ਤਾਪਮੰਡਲ ਤਾਪ ਹੋ ਗਿਆ ਤਾਂ ਭਾਵ ਤਾਪਮਾਨ ਲਗਾਤਾਰ ਵੱਧਦਾ ਹੈ ਅਤੇ ਇਸ ਦੇ ਵਿੱਚ ਆਇਨ ਮੰਡਲ ਪਾਇਆ ਜਾਂਦਾ, ਜੋ ਰੇਡੀਓ ਤਰੰਗਾਂ ਵਾਇਰਲੈਸ ਸੰਚਾਰ ਪ੍ਰਣਾਲੀ ਦੇ ਲਈ ਲਾਹੇਵੰਦ ਹੈ। ਇਸ ਤਰ੍ਹਾਂ ਅਸੀਂ ਨੇ 4 ਪਰਤਾਂ ਬਾਰੇ ਤੁਹਾਨੂੰ ਮੈਂ ਇੱਕ ਫਾਲਤੂ, ਇੱਕ ਵੱਖਰੀ ਨੌਲੇਜ ਤੌਰ 'ਤੇ ਦੱਸਿਆ। ਤਾਂ ਅਗਲਾ ਕੁਐਸਚਨ, ਵਾਯੂਮੰਡਲ ਵਿੱਚੋਂ ਗੈਸਾਂ ਤੋਂ ਇਲਾਵਾ ਹੋਰ ਕਿਹੜੇ ਅੰਸ਼ ਪਾਏ ਜਾਂਦੇ ਹਨ? ਜਲ ਵਾਸ਼ਪ, ਵਾਟਰ ਪੇਪਰਸ ਐਂਡ ਧੂੜਕਣ, ਡਸਟ ਪਾਰਟੀਕਲਸ। ਹਵਾ ਦਾ ਪ੍ਰਦੂਸ਼ਣ ਕਿਸ ਨੂੰ ਆਖਦੇ ਹਨ? ਵਾਯੂਮੰਡਲ ਵਿੱਚ ਮਨੁੱਖ ਦੁਆਰਾ ਪੈਦਾ ਕੀਤੀ ਗਈ ਸਥੂਲਤਾ ਨੂੰ ਹਵਾ ਦਾ ਪ੍ਰਦੂਸ਼ਣ ਕਹਿੰਦੇ ਹਨ। The foreign substances added by human beings in the atmosphere is called air pollution। ਜਿਹੜੇ ਪਦਾਰਥ ਮਨੁੱਖ ਦੁਆਰਾ ਛੱਡੇ ਜਾਂਦੇ ਹਨ ਉਸ ਨੂੰ ਅਸੀਂ ਹਵਾ ਦਾ ਪ੍ਰਦੂਸ਼ਣ ਆਖਦੇ ਹਾਂ। ਅਗਲਾ ਕੁਐਸਚਨ, ਤਾਪਮਾਨ ਕੀ ਹੁੰਦਾ ਹੈ? ਇਸ ਨੂੰ ਮਾਪਣ ਲਈ ਕਿਹੜੇ ਪੈਮਾਨੇ ਦੀ ਵਰਤੋਂ ਕੀਤੀ ਜਾਂਦੀ ਹੈ? ਕਿਸੇ ਵਸਤੂ ਜਾਂ ਜੀਵ ਅੰਦਰਲੀ ਗਰਮੀ ਨੂੰ ਤਾਪਮਾਨ ਆਖਦੇ ਹਨ। ਇਸ ਨੂੰ ਸੈਲਸੀਅਸ ਅਤੇ ਫਾਰਨਹਾਈਟ ਪੈਮਾਨੇ ਦੁਆਰਾ ਮਾਪਿਆ ਜਾਂਦਾ ਹੈ। The internal heat of a good or living being is called temperature. It is measured in Celsius and Fahrenheit। ਅਸੀਂ ਇਸ ਨੂੰ ਸੈਲਸੀਅਸ ਜਾਂ ਫਾਰਨਹਾਈਟ ਦੇ ਵਿੱਚ ਜੋ ਤਾਪਮਾਨ ਹੈ ਇਹ 2 ਪੈਮਾਨੇ ਨਾਲ ਮਾਪਿਆ ਜਾਂਦਾ, ਇੱਕ ਸੈਲਸੀਅਸ ਅਤੇ ਇੱਕ ਫਾਰਨਹਾਈਟ। ਜਿਵੇਂ ਸੈਲਸੀਅਸ ਦੇ ਅਨੁਸਾਰ ਤਾਪਮਾਨ 0 ਡਿਗਰੀ 'ਤੇ ਜੰਮ ਜਾਂਦਾ ਹੈ, ਪਰ ਫਾਰਨਹਾਈਟ ਦੇ ਮੁਤਾਬਕ ਜੋ
ਪਾਣੀ ਜੰਮਦਾ ਹੈ ਉਹ 0 ਤੇ ਨਹੀਂ 32 ਡਿਗਰੀ ਫਾਰਨਹਾਈਟ 'ਤੇ ਪਾਣੀ ਜੰਮਦਾ ਹੈ। ਇਸੇ ਤਰ੍ਹਾਂ ਸੈਲਸੀਅਸ ਦੇ ਅਨੁਸਾਰ 100 ਡਿਗਰੀ ਸੈਲਸੀਅਸ 'ਤੇ ਪਾਣੀ ਉਬਲਣ ਲੱਗ ਜਾਂਦਾ ਹੈ, ਪਰ ਫਾਰਨਹਾਈਟ ਦੇ ਅਨੁਸਾਰ 212 ਡਿਗਰੀ ਫਾਰਨਹਾਈਟ 'ਤੇ ਪਾਣੀ ਉਬਲਦਾ ਹੈ। ਦੋ ਪੈਮਾਨੇ ਨੇ ਤਾਪਮਾਨ ਨੂੰ ਮਾਪਣ ਦੇ। ਭੂਮੱਧ ਰੇਖਾ 'ਤੇ ਤਾਪਮਾਨ ਵੱਧ ਕਿਉਂ ਹੁੰਦਾ ਹੈ? ਇਹ ਅਸੀਂ ਬਹੁਤ ਵਾਰੀ ਪੜ੍ਹ ਚੁੱਕੇ। ਵਾਈ ਇਜ਼ ਦਾ ਟੈਂਪਰੇਚਰ ਵੈਰੀ ਹਾਈ ਔਨ ਦਾ ਇਕੁਏਟਰ? ਕਿਉਂਕਿ ਭੂਮੱਧ ਰੇਖਾ 'ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ। ਭੂਮੱਧ ਧਰਤੀ ਦੇ ਵਿਚਕਾਰ ਵਾਲੀ, ਬਿਕੋਜ਼ ਦਾ ਸਨ ਰੇਜ਼ ਫਾਲ ਡਾਇਰੈਕਟਲੀ ਔਨ ਦਾ ਇਕੁਏਟਰ। ਕਿਉਂਕਿ ਭੂਮੱਧ ਰੇਖਾ 'ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ, ਇਸ ਲਈ ਉੱਥੋਂ ਦਾ ਤਾਪਮਾਨ ਜ਼ਿਆਦਾ ਹੁੰਦਾ ਹੈ। ਅਗਲੇ ਕੁਐਸਚਨ ਇਸ ਚਿੱਤਰ ਰਾਹੀਂ ਦੇਖ ਸਕਦੇ ਹਾਂ ਕਿ ਭੂਮੱਧ ਰੇਖਾ, ਆ ਸੂਰਜ ਹੈ, ਇੱਧਰ ਧਰਤੀ ਹੈ। ਭੂਮੱਧ ਰੇਖਾ ਧਰਤੀ ਦਾ ਮੱਧ, ਭੂਮੱਧ ਰੇਖਾ 'ਤੇ ਸੂਰਜ ਦੀਆਂ ਕਿਰਨਾਂ ਬਿਲਕੁਲ ਸਿੱਧੀਆਂ ਪੈਂਦੀਆਂ ਹਨ ਅਤੇ ਉੱਪਰ ਜਾਂਦੇ ਹੋਏ ਜੋ ਧਰੁਵਾਂ ਵੱਲ ਜਾਂਦੇ ਹਾਂ ਤਾਂ ਸੂਰਜ ਦੀਆਂ ਕਿਰਨਾਂ ਤਿਰਛੀਆਂ ਹੋ ਜਾਂਦੀਆਂ ਹਨ। ਜੋ ਅਸੀਂ ਧਰੁਵਾਂ ਵੱਲ ਜਾਂਦੇ ਹਾਂ ਤਾਂ ਸੂਰਜ ਦੀਆਂ ਕਿਰਨਾਂ ਤਿਰਛੀਆਂ ਹੋ ਜਾਂਦੀਆਂ ਹਨ ਅਤੇ ਭੂਮੱਧ ਰੇਖਾ 'ਤੇ ਜੋ ਅਸੀਂ ਧਰੁਵਾਂ ਵੱਲ ਜਾਂਦੇ ਹਾਂ ਤਾਂ ਕੀ ਹੁੰਦਾ ਹੈ, ਸੂਰਜ ਦੀਆਂ ਕਿਰਨਾਂ ਤਿਰਛੀਆਂ ਹੋ ਜਾਂਦੀਆਂ ਹਨ ਅਤੇ ਭੂਮੱਧ ਰੇਖਾ 'ਤੇ ਸੂਰਜ ਦੀਆਂ ਕਿਰਨਾਂ ਬਿਲਕੁਲ ਸਿੱਧੀਆਂ ਪੈਂਦੀਆਂ ਹਨ, ਤਾਂ ਕਰਕੇ ਉੱਥੇ ਤਾਪਮਾਨ ਜ਼ਿਆਦਾ ਹੈ। ਅਗਲੇ ਕੁਐਸਚਨ 50 ਤੋਂ 60 ਸ਼ਬਦਾਂ ਵਾਲੇ ਆ ਗਏ। ਤਾਂ ਪਹਿਲਾ ਕੁਐਸਚਨ, ਹਵਾ ਦੇ ਪ੍ਰਦੂਸ਼ਣ ਦੇ ਮੁੱਖ ਕਾਰਕਾਂ ਦੀ ਸੰਖੇਪ ਜਾਣਕਾਰੀ। ਵਟ ਆਰ ਦਾ ਮੇਨ ਫੈਕਟਰਸ ਡੈਟ ਕਾਜ਼ ਏਅਰ ਪੋਲਿਊਸ਼ਨ? ਸਭ ਤੋਂ ਪਹਿਲਾਂ ਠੋਸ ਕਾਰਕ, ਸੋਲਿਡ ਫੈਕਟਰਸ। ਜਵਾਲਾਮੁਖੀ ਹਵਾ ਨੂੰ ਧੂੜ ਕਣਾਂ ਦੁਆਰਾ ਪ੍ਰਦੂਸ਼ਿਤ ਕਰਦੇ ਹਨ। ਵੋਲਕੈਨੋਜ਼ ਪੋਲਿਊਟ ਏਅਰ ਵਿਦ ਡਸਟ ਪਾਰਟੀਕਲਸ। ਬਾਲਣ ਦੇ ਬਲਣ ਤੋਂ ਬਾਅਦ ਕਾਰਬਨ ਦੇ ਕਣ ਧੂਏ ਦੇ ਰੂਪ ਵਿੱਚ ਹਵਾ ਵਿੱਚ ਜਮ੍ਹਾਂ ਹੋ ਕੇ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ। ਮਤਲਬ ਬਾਲਣ ਜਦੋਂ ਬਲ ਜਾਂਦਾ ਗਾ ਤਾਂ ਕਾਰਬਨ ਦੇ ਕਣ ਧੂਏ ਦੇ ਰੂਪ ਵਿੱਚ ਹਵਾ ਵਿੱਚ ਜਮ੍ਹਾਂ ਹੋ ਜਾਂਦੇ ਹਨ ਅਤੇ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ। ਇਹ ਹਨ ਠੋਸ ਕਾਰਕ। ਗੈਸੀ ਕਾਰਕ, ਗੈਸੀਅਸ ਫੈਕਟਰ। ਮੋਟਰ ਗੱਡੀਆਂ ਦੁਆਰਾ ਛੱਡਿਆ ਧੂੰਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ। ਸਮੋਕ ਫਰੋਮ ਮੋਟਰ ਵਹੀਕਲਸ ਪੋਲਿਊਟਸ ਦਾ ਏਅਰ। ਫੈਕਟਰੀਆਂ ਵਿੱਚੋਂ ਨਿਕਲਿਆ ਧੂੰਆਂ ਵੀ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ। ਐਗਜ਼ੌਸਟ ਫਿਊਮਸ ਫਰੋਮ ਫੈਕਟਰੀਜ਼ ਆਲਸੋ ਪੋਲਿਊਟ ਦਾ ਏਅਰ। ਇਹ ਦੋ ਗੈਸੀ ਕਾਰਕ ਨੇ ਅਤੇ ਉੱਪਰ ਅਸੀਂ ਠੋਸ ਕਾਰਕ ਪੜ੍ਹੇ ਸਨ। ਅਗਲਾ ਕੁਐਸਚਨ, ਹਵਾ ਵਿਚਲੀਆਂ ਮੁੱਖ ਗੈਸਾਂ ਦੇ ਮਿਸ਼ਰਣ ਬਾਰੇ ਲਿਖੋ। ਜਿਵੇਂ ਕਿ ਸਾਨੂੰ ਪਤਾ ਹੈ ਜੋ ਨਾਈਟ੍ਰੋਜਨ ਹੈ ਉਹ ਸਭ ਤੋਂ ਜ਼ਿਆਦਾ ਹੈ 78.03%। ਆਕਸੀਜਨ 21% ਵੀ ਕਹਿ ਦਿੰਦੇ ਹਾਂ ਅਸੀਂ, 20.99% ਵੀ ਕਹਿ ਦਿੰਦੇ ਹਾਂ। ਉਸ ਤੋਂ ਅਗਲੀ ਗੈਸ ਆਰਗਨ ਹੈ। ਸਭ ਤੋਂ ਵੱਧ ਹੈ ਨਾਈਟ੍ਰੋਜਨ 78.03, ਫਿਰ ਆਕਸੀਜਨ 20.99 ਜਾਂ 21%, ਫਿਰ ਆਰਗਨ ਗੈਸ 0.94, ਫਿਰ ਕਾਰਬਨ ਡਾਈਆਕਸਾਈਡ 0.003 ਅਤੇ ਹਾਈਡਰੋਜਨ ਹੈ 0.01। ਇਹ ਸਾਡੀ ਹਵਾ ਦਾ ਮਿਸ਼ਰਣ ਹੈ ਜਿਸ ਦੇ ਵਿੱਚ ਸਭ ਤੋਂ ਵੱਧ ਸਾਡੀ ਨਾਈਟ੍ਰੋਜਨ ਹੈ ਅਤੇ ਆਕਸੀਜਨ ਹੈ ਸਾਡੀ 21% ਦੇ ਲਗਭਗ। ਅਗਲਾ ਕੁਐਸਚਨ, ਵਾਯੂਮੰਡਲ ਵਿੱਚ ਓਜ਼ੋਨ ਗੈਸ ਕਿੱਥੇ ਪਾਈ ਜਾਂਦੀ ਹੈ? ਇਹ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸਿਆ ਹੈ ਕਿ ਵਾਯੂਮੰਡਲ ਵਿੱਚ ਓਜ਼ੋਨ ਗੈਸ ਸਮਤਾਪ ਮੰਡਲ ਵਿੱਚ ਪਾਈ ਜਾਂਦੀ ਹੈ। ਇਸ ਦੀ ਕੀ ਮਹੱਤਤਾ ਹੈ? ਇਹ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਪਰਾਬੈਂਗਨੀ ਕਿਰਨਾਂ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ, ਭਾਵ ਧਰਤੀ 'ਤੇ ਨਹੀਂ ਆਉਣ ਦਿੰਦੀ। ਇਨ ਵਿਚ ਲੇਅਰ ਆਫ ਦਾ ਐਟਮੋਸਫੇਅਰ ਦਾ ਓਜ਼ੋਨ ਗੈਸ ਐਗਜ਼ਿਸਟ। ਓਜ਼ੋਨ ਲੇਅਰ ਕਿਸ ਵਿੱਚ? ਓਜ਼ੋਨ ਗੈਸ ਇਨ ਦਾ ਐਟਮੋਸਫੇਅਰ ਇਜ਼ ਫਾਊਂਡ ਇਨ ਦਾ ਸਟ੍ਰੈਟੋਸਫੀਅਰ। ਦੂਜੀ ਪਰਤ ਵਿੱਚ ਦਿਸ ਗੈਸ ਅਬਜ਼ੋਰਬ ਹਾਰਮਫੁਲ ਅਲਟਰਾ ਵਾਇਲਟ ਰੇਜ਼ ਫਰੋਮ ਦਾ ਸਨ। ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਪਰਾਬੈਂਗਨੀ ਕਿਰਨਾਂ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ। ਅਗਲਾ ਕੁਐਸਚਨ, ਬਹੁਤੇ ਵੱਡੇ ਸ਼ਬਦਾਂ ਦਾ 125 ਤੋਂ 130 ਵਾਲਾ। ਸਭ ਤੋਂ ਪਹਿਲਾਂ ਵਾਯੂਮੰਡਲ ਦੀਆਂ ਤਹਿਾਂ ਦਾ ਵਰਣਨ ਕਰੋ। ਇਹ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਚੁੱਕਿਆ। ਸਭ ਤੋਂ ਪਹਿਲਾਂ ਅਸ਼ਾਂਤੀ ਮੰਡਲ ਸਭ ਤੋਂ ਹੇਠਲੀ ਪਰਤ ਹੈ। ਇਸ ਦਾ ਆਕਾਰ ਆਂਡੇ ਵਰਗਾ ਹੈ ਅਤੇ ਇਸ ਦੀ ਔਸਤ ਉਚਾਈ ਮੈਂ ਤੁਹਾਨੂੰ ਦੱਸਿਆ ਸੀਗਾ 12 ਕਿਲੋਮੀਟਰ ਹੈ। ਜਿਵੇਂ ਭੂਮੱਧ ਰੇਖਾ 'ਤੇ 16 ਤੋਂ 18 ਕਿਲੋਮੀਟਰ ਹੈ ਅਤੇ ਧਰੁਵਾਂ 'ਤੇ 6 ਤੋਂ ਲੈ ਕੇ 8 ਕਿਲੋਮੀਟਰ ਹੈ। ਇਹ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸ ਚੁੱਕਿਆ। ਇੱਥੋਂ ਲਿਖ ਕੇ ਤੁਸੀਂ ਪੜ੍ਹ ਸਕਦੇ ਹੋ, ਲਿਖ ਸਕਦੇ ਹੋ, ਚੰਗੀ ਤਰ੍ਹਾਂ ਆਪਣਾ ਕੰਮ ਕਰ ਸਕਦੇ ਹੋ। ਮੌਸਮ ਨਾਲ ਸੰਬੰਧਿਤ ਕਿਰਿਆਵਾਂ ਜਿਵੇਂ ਮੀਂਹ, ਹਨੇਰੀ, ਬੱਦਲ, ਤੂਫਾਨ ਸਭ ਕੁਝ ਇੱਥੇ ਹੀ
ਵਾਪਰਦਾ ਹੈ। ਉਚਾਈ ਦੇ ਵਧਣ ਨਾਲ ਤਾਪਮਾਨ ਘਟਦਾ ਹੈ। ਸਾਰੇ ਵਾਯੂਮੰਡਲ ਦੀ 75% ਹਵਾ ਇਸੇ ਪਰਤ ਵਿੱਚ ਪਾਈ ਜਾਂਦੀ ਹੈ। ਦੂਸਰੀ ਪਰਤ ਹੈ ਸਮਤਾਪ ਮੰਡਲ। ਅਸ਼ਾਂਤੀ ਮੰਡਲ ਤੋਂ ਉੱਪਰਲੀ ਪਰਤ ਨੂੰ ਸਮਤਾਪ ਮੰਡਲ ਆਖਦੇ ਹਨ। ਭੂਮੱਧ ਰੇਖਾ 'ਤੇ ਇਸ ਦੀ ਜੋ ਉਚਾਈ ਹੈ ਉਹ 15 ਕਿਲੋਮੀਟਰ ਹੈ। ਉੱਪਰ ਜਾਂਦੇ ਹੋਏ ਇਸ ਦੀ ਉਚਾਈ ਘਟਦੀ ਜਾਂਦੀ ਹੈ। The layer above the troposphere is called stratosphere. It is 15 km above the equator. ਇੱਥੇ ਤਾਪਮਾਨ ਬਰਾਬਰ ਰਹਿੰਦਾ ਹੈ ਅਤੇ ਬੱਦਲਾਂ ਦੀ ਅਣਹੋਂਦ ਕਰਕੇ ਇਹ ਭਾਗ ਹਵਾਈ ਜਹਾਜ਼ਾਂ ਦੀ ਉਡਾਨ ਲਈ ਬਹੁਤ ਯੋਗ ਹੁੰਦਾ ਹੈ। ਇਸ ਭਾਗ ਵਿਚਲੀ ਓਜ਼ੋਨ ਗੈਸ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਪਰਾਬੈਂਗਨੀ ਕਿਰਨਾਂ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ। ਇਹ ਅਸੀਂ ਹੁਣ ਪੜ੍ਹਿਆ ਹੈ ਕਿ ਪਰਾਬੈਂਗਨੀ ਕਿਰਨਾਂ ਨੇ ਉਹ ਸੂਰਜ ਤੋਂ ਆਉਂਦੀਆਂ ਨੇ। ਕੌਣ ਰੋਕਦਾ? ਓਜ਼ੋਨ ਪਰਤ। ਕਿੱਥੇ ਪਾਈ ਜਾਂਦੀ ਹੈ? ਸਮਤਾਪ ਮੰਡਲ ਵਿੱਚ ਪਾਈ ਜਾਂਦੀ ਹੈ। ਮੱਧਵਰਤੀ ਮੰਡਲ। ਸਮਤਾਪ ਮੰਡਲ ਤੋਂ ਉੱਪਰਲੀ ਪਰਤ ਨੂੰ ਮੱਧਵਰਤੀ ਮੰਡਲ ਆਖਦੇ ਹਨ। ਇਹ ਤੈ 50 ਤੋਂ 80 ਕਿਲੋਮੀਟਰ ਤੱਕ ਫੈਲੀ ਹੋਈ ਹੈ। ਇਸ ਪਰਤ ਵਿੱਚ ਉਚਾਈ ਨਾਲ ਤਾਪਮਾਨ ਘਟਦਾ ਹੈ। ਜਿਵੇਂ ਸਮਤਾਪ ਵਿੱਚ ਤਾਪਮਾਨ ਬਰਾਬਰ ਰਹਿੰਦਾ ਹੈ, ਇੱਥੇ ਘਟਦਾ ਹੈ। ਮੀਜ਼ੋਸਫੀਅਰ ਲੇਅਰ ਇਜ਼ ਅਬਵ ਦਾ ਸਟ੍ਰੈਟੋਸਫੀਅਰ। This layer extends up to 50 to 80 km. The temperature decreases with the height in this layer. Temperature ਉਚਾਈ ਦੇ ਵਧਣ ਨਾਲ ਘਟਦਾ ਹੈ। ਚੌਥੀ ਪਰਤ ਤਾਪਮੰਡਲ ਥਰਮੋਸਫੀਅਰ। ਮੱਧਵਰਤੀ ਸੀਮਾ ਤੋਂ ਉੱਪਰ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਇਸ ਪਰਤ ਨੂੰ ਤਾਪਮੰਡਲ ਆਖਦੇ ਹਨ। ਇਸ ਮੰਡਲ ਵਿੱਚ ਗੈਸਾਂ ਦੀ ਮਾਤਰਾ ਘੱਟ ਹੀ ਹੁੰਦੀ ਹੈ। ਜੇ ਤਾਪਮਾਨ ਜ਼ਿਆਦਾ ਹੋਊਗਾ ਤਾਂ ਏਅਰ ਪ੍ਰੈਸ਼ਰ ਘੱਟ ਹੋਊਗਾ। ਤਾਪਮੰਡਲ ਦੀ ਸਭ ਤੋਂ ਹੇਠਲੀ ਪਰਤ ਅਯਨ ਮੰਡਲ ਵਿਚਲੇ ਬਿਜਲੀ ਅਣੂਆਂ ਦੀ ਸਹਾਇਤਾ ਨਾਲ ਵਾਇਰਲੈਸ ਸੰਚਾਰ ਪ੍ਰਣਾਲੀ ਕੰਮ ਕਰਦੀ ਹੈ। ਜੋ ਅਯਨ ਮੰਡਲ ਹੈ ਇਹ 100 ਤੋਂ ਲੈ ਕੇ 300 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਅਗਲਾ ਕੁਐਸਚਨ, ਕਿਸੇ ਥਾਂ ਦੇ ਤਾਪਮਾਨ ਨੂੰ ਨਿਰਧਾਰਿਤ ਕਰਨ ਵਾਲੇ ਤੱਤਾਂ ਦੀ ਵਿਆਖਿਆ ਕਰੋ। ਐਕਸਪਲੇਨ ਇਨ ਡਿਟੇਲ ਦਾ ਫੈਕਟਰਸ ਅਫੈਕਟਿੰਗ ਦਾ ਟੈਂਪਰੇਚਰ ਆਫ ਏ ਪਲੇਸ। ਸਭ ਤੋਂ ਪਹਿਲਾਂ ਭੂਮੱਧ ਰੇਖਾ ਤੋਂ ਦੂਰੀ, ਲੈਟੀਟਿਊਡ। ਕਿਸੇ ਜਗ੍ਹਾ ਦਾ ਤਾਪਮਾਨ ਭੂਮੱਧ ਰੇਖਾ ਤੋਂ ਦੂਰੀ 'ਤੇ ਨਿਰਭਰ ਕਰਦਾ ਹੈ, ਕਿਉਂਕਿ ਸਾਨੂੰ ਪਤਾ ਹੈ ਜਿੰਨਾ ਭੂਮੱਧ ਰੇਖਾ ਦੇ ਨੇੜੇ ਹੋਊਗਾ ਜ਼ਿਆਦਾ ਗਰਮ ਹੋਊਗਾ ਅਤੇ ਭੂਮੱਧ ਰੇਖਾ ਤੋਂ ਦੂਰ ਹੋਊਗਾ ਤਾਂ ਉੱਥੇ ਗਰਮੀ ਘੱਟ ਹੋਊਗੀ। ਭੂਮੱਧ ਰੇਖਾ 0 ਡਿਗਰੀ ਅਕਸ਼ਾਂਸ਼ 'ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਣ ਕਰਕੇ ਤਾਪਮਾਨ ਜ਼ਿਆਦਾ ਹੁੰਦਾ ਹੈ। ਜਿਉਂ-ਜਿਉਂ ਭੂਮੱਧ ਰੇਖਾ ਤੋਂ ਧਰੁਵਾਂ ਵੱਲ ਜਾਈਏ ਤਾਂ ਤਾਪਮਾਨ ਘਟਦਾ ਜਾਂਦਾ ਹੈ, ਕਿਉਂਕਿ ਸੂਰਜ ਦੀਆਂ ਕਿਰਨਾਂ ਧਰੁਵਾਂ 'ਤੇ ਟੇਢੀਆਂ ਜਾਂ ਤਿਰਛੀਆਂ ਪੈਂਦੀਆਂ ਹਨ। ਆਹ ਦੇਖ ਸਕਦੇ ਹੋ ਤੁਸੀਂ, ਇਸ ਭੂਮੱਧ ਰੇਖਾ 'ਤੇ ਬਿਲਕੁਲ ਸਿੱਧੀਆਂ ਪੈਂਦੀਆਂ ਹਨ ਅਤੇ ਧਰੁਵਾਂ 'ਤੇ ਤਿਰਛੀਆਂ ਪੈਂਦੀਆਂ ਹਨ। ਸਮੁੰਦਰ ਤਲ ਤੋਂ ਉਚਾਈ। ਸਮੁੰਦਰ ਤਲ ਤੋਂ ਉਚਾਈ ਦੇ ਨਾਲ ਤਾਪਮਾਨ ਘਟਦਾ ਹੈ, ਕਿਉਂਕਿ ਸੂਰਜ ਦੀ ਗਰਮੀ ਪਹਿਲਾਂ ਧਰਤੀ ਨੂੰ ਗਰਮ ਕਰਦੀ ਹੈ, ਫਿਰ ਵਾਯੂਮੰਡਲ ਨੂੰ। ਇਸ ਲਈ ਧਰਤੀ ਦੀ ਸਤ੍ਹਾ ਦੇ ਨੇੜੇ ਦਾ ਵਾਯੂਮੰਡਲ ਜ਼ਿਆਦਾ ਗਰਮ ਹੁੰਦਾ ਹੈ ਅਤੇ ਉੱਪਰ ਵਾਲਾ ਘੱਟ ਗਰਮ ਹੁੰਦਾ ਹੈ। ਇਹ ਹੈ ਸਾਡਾ ਸਮੁੰਦਰ ਤਲ ਤੋਂ ਉਚਾਈ, ਹਾਈਟ ਅਬਵ ਦਾ ਸੀ ਲੈਵਲ। ਸਮੁੰਦਰ ਤਲ ਤੋਂ ਦੂਰੀ। ਧਰਾਤਲ ਦੇ ਮੁਕਾਬਲੇ ਪਾਣੀ ਦੇਰ ਨਾਲ ਗਰਮ ਹੁੰਦਾ ਹੈ, ਦੇਰ ਨਾਲ ਠੰਡਾ ਹੁੰਦਾ ਹੈ। ਇਸ ਲਈ ਸਮੁੰਦਰਾਂ ਦੇ ਨੇੜੇ ਤਾਪਮਾਨ ਸੰਜਮੀ, ਪਰ ਉੱਥੇ ਤਾਪਮਾਨ ਹੈ ਉੱਥੇ ਨਾ ਜ਼ਿਆਦਾ ਗਰਮੀ ਨਾ ਜ਼ਿਆਦਾ ਸਰਦੀ ਰਹਿੰਦੀ, ਕਿਉਂਕਿ ਪਾਣੀ ਛੇਤੀ ਛੇਤੀ ਗਰਮ ਨਹੀਂ ਹੁੰਦਾ ਅਤੇ ਛੇਤੀ ਛੇਤੀ ਠੰਡਾ ਨਹੀਂ ਹੁੰਦਾ। ਤਾਂ ਕਰਕੇ ਉੱਥੇ ਜੋ ਹਵਾਵਾਂ ਨੇ ਸਮੁੰਦਰ ਤੋਂ ਜਲ ਵੱਲ, ਸਮੁੰਦਰ ਤੋਂ ਥਲ ਵੱਲ ਅਤੇ ਥਲ ਤੋਂ ਸਮੁੰਦਰ ਵੱਲ, ਉਹਨਾਂ ਵਿੱਚ ਨਮੀ ਥੋੜ੍ਹੀ ਬਹੁਤੀ ਰਹਿੰਦੀ ਹੈ। ਪਰ ਸਮੁੰਦਰ ਦੇ ਦੂਰ ਤੋਂ ਖੇਤਰਾਂ ਵਿੱਚ ਤਾਪਮਾਨ ਵਖਰੇਵਾ ਵੱਧਦਾ ਜਾਂਦਾ ਹੈ। ਢਲਾਣ ਦਾ ਰੁੱਖ, ਸਲੋਪ ਆਫ ਲੈਂਡ। ਜੇ ਢਲਾਣ ਦਾ ਰੁੱਖ ਸੂਰਜ ਵਾਲੇ ਪਾਸੇ ਹੋਵੇਗਾ ਤਾਂ ਜ਼ਿਆਦਾ ਗਰਮ ਹੋਵੇਗਾ। ਜੇਕਰ ਸੂਰਜ ਦੇ ਉਲਟ ਦਿਸ਼ਾ ਵਿੱਚ ਹਨ ਤਾਂ ਉੱਥੇ ਸੂਰਜ ਦੀਆਂ ਕਿਰਨਾਂ ਟੇਢੀਆਂ ਪੈਂਦੀਆਂ ਹਨ, ਇਸ ਲਈ ਉੱਥੇ ਘੱਟ ਗਰਮ ਹੋਵੇਗੀ। ਉਹੀ ਗੱਲ ਹੋ ਗਈ, ਜੇਕਰ ਕਿਸੇ ਚੀਜ਼ ਦਾ ਮੂੰਹ ਸੂਰਜ ਦੇ ਵੱਲ ਹੈ ਤਾਂ ਜ਼ਿਆਦਾ ਗਰਮ ਹੋਊ, ਜੇਕਰ ਸੂਰਜ ਤੋਂ ਪਰਾਂ ਹੈ ਤਾਂ ਗਰਮ ਘੱਟ ਹੋਊ। ਖਾਲੀ ਥਾਵਾਂ ਭਰੋ। ਜਿਉਂ-ਜਿਉਂ ਪਰਬਤਾਂ ਦੇ ਉੱਪਰ ਚੜ੍ਹਦੇ ਤਾਂ ਤਾਪਮਾਨ ਘਟਦਾ ਹੈ। ਐਜ਼ ਵੀ ਗੋ ਅਪ ਟੂ ਦਾ ਹਿਲਸ ਦਾ ਟੈਂਪਰੇਚਰ ਡਿਕਰੀਜ਼ਿਸ। ਧਰਤੀ 'ਤੇ ਤਾਪਮਾਨ ਦੇ ਮੁੱਖ ਸੋਮੇ ਕਿਹੜੇ-ਕਿਹੜੇ ਨੇ? ਸੂਰਜ ਅਤੇ ਧਰਤੀ ਦੇ ਅੰਦਰੂਨੀ ਭਾਗ। The main sources of temperature are sun and internal part of the earth. ਓਜ਼ੋਨ ਗੈਸ ਪਰਾਬੈਂਗਨੀ ਕਿਰਨਾਂ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ। The ozone gas absorbs ultraviolet rays. ਇਸ ਤੋਂ ਅੱਗੇ ਬਿਜਲੀ ਅਣੂ
ਆਇਨ ਜਾਂ ਤਾਪ ਮੰਡਲ ਵਿੱਚ ਪਾਏ ਜਾਂਦੇ ਹਨ। ਦ ਇਲੈਕਟ੍ਰੀਕਲੀ ਚਾਰਜ ਪਾਰਟੀਕਲਸ ਆਰ ਫਾਊਂਡ ਇਨ ਆਇਨੋਸਫੀਅਰ ਲੇਅਰ। ਚੌਥੀ ਪਰਤ ਵਾਇਰਲੈਸ ਸੰਚਾਰ ਪ੍ਰਣਾਲੀ ਰੇਡੀਓ ਤਰੰਗਾਂ ਦੇ ਆਧਾਰ 'ਤੇ ਕੰਮ ਕਰਦਾ ਹੈ। ਦ ਵਾਇਰਲੈਸ ਕਮਿਊਨੀਕੇਸ਼ਨ ਸਿਸਟਮ ਵਰਕ ਅੰਡਰ ਰੇਡੀਓ ਵੇਵਸ। ਵਾਯੂਮੰਡਲ ਵਿੱਚ ਸਭ ਤੋਂ ਵੱਧ ਮਾਤਰਾ ਨਾਈਟ੍ਰੋਜਨ ਗੈਸ ਦੀ ਪਾਈ ਜਾਂਦੀ ਹੈ। ਇਸ ਤਰ੍ਹਾਂ ਅਸੀਂ ਨੇ ਅੱਜ ਪਾਠ ਨੰਬਰ 3 ਤਾਪਮਾਨ ਬਾਰੇ ਜੋ ਕੁਐਸਚਨ ਸਨ ਉਹ ਕਰੇ ਹਨ ਅਤੇ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਹੀ ਮਾਧਿਅਮਾਂ ਵਿੱਚ ਕੀਤੇ ਹਨ। ਮੈਂ ਉਮੀਦ ਕਰਦਾ ਕਿ ਵਿਦਿਆਰਥੀਆਂ ਨੂੰ ਇਹ ਕੁਐਸਚਨ ਆਨਸਰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਮੈਂ ਬਿਲਕੁਲ ਟੂ ਦਾ ਪੁਆਇੰਟ ਲਿਖੇ ਨੇ, ਕੋਈ ਜ਼ਿਆਦਾ ਛੋਟੇ ਨਹੀਂ ਲਿਖੇ, ਕੋਈ ਜ਼ਿਆਦਾ ਵੱਡੇ ਨਹੀਂ ਲਿਖੇ। ਮੈਂ ਉਮੀਦ ਕਰਦਾ ਸਾਰਿਆਂ ਨੂੰ ਪਸੰਦ ਆਏ ਹੋਣਗੇ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਫਾਇਦਾ ਹੋ ਸਕੇ। ਧੰਨਵਾਦ।